ਬੱਚੇ ਦਾ ਬਰਥਡੇ ਇੱਥੇ ਮਨਾਇਆ ਸੀਗਾ? ਹਾਂਜੀ ਸਰ, ਬੱਚੇ ਦਾ ਬਰਥਡੇ ਵੀ ਉਰੀ ਮਨਾਇਆ ਸੀਗਾ ਸਰ। ਐਕਚੁਅਲੀ ਉਹ ਵੀ ਮੈਨੂੰ ਬਹੁਤ ਮਿਸ ਕਰ ਰਿਹਾ ਸੀਗਾ, ਕਹਿੰਦੇ ਪਾਪਾ ਦਿਸ ਇਜ਼ ਦਾ ਫਸਟ ਟਾਈਮ ਐਕਚੁਅਲੀ ਤੁਸੀਂ ਇੱਥੇ ਹੈ ਨਹੀਂ ਹੋ। ਮੈਂ ਕਿਹਾ ਬੇਟਾ ਇਟਸ ਆਲ ਅਬਾਊਟ ਸਰਕਮਸਟੈਂਸਿਸ, ਹੁਣ ਕੀ ਕਰ ਸਕਦੇ ਹੈਗੇ। ਸਰ ਥੋੜ੍ਹਾ ਜਿਹਾ ਹਲਕਾ ਜਿਹਾ ਗਲਾ ਖਰਾਬ ਹੋਇਆ, ਸਮੈਲ ਅਤੇ ਟੇਸਟ ਚਲਾ ਗਿਆ। ਫਿਰ ਜਿਵੇਂ ਗਵਰਨਮੈਂਟ ਜਾਗਰੂਕ ਕਰ ਰਹੀ ਹੈ ਵੀ ਇਹਨਾਂ 'ਚ ਕੋਈ ਸਿੰਪਟਮ ਆਵੇ ਤਾਂ ਡਾਕਟਰ ਨੂੰ ਦਿਖਾਓ, ਅਤੇ ਹੌਸਪੀਟਲ ਆ ਕੇ ਟੈਸਟ ਕਰਾਇਆ ਤਾਂ ਪਤਾ ਲੱਗਿਆ ਕਿ ਪੋਜ਼ੀਟਿਵ ਹੈ। ਡਰ ਬਹੁਤ ਵੱਡਾ ਲੋਕਾਂ ਦੇ ਅੰਦਰ। ਹਾਂਜੀ, ਡਰ ਸਰ ਐਕਚੁਅਲੀ ਕੀ ਹੈਗਾ ਕਿ ਹੁਣ ਇਟਸ ਆਲ ਅਬਾਊਟ ਕਿ ਤੁਹਾਡੀ ਨਾ ਜਿਹੜਾ ਹੁਣ ਹਵਾ ਚੱਲੀ ਹੈਗੀ ਹੈ, ਕਿਉਂਕਿ ਇਹ 에ਅਰਬੋਰਨ ਬਣ ਚੁੱਕਾ ਹੈਗਾ ਐਕਚੁਅਲੀ ਹੁਣ ਨਾ ਇਹ। ਸੋ ਜਦੋਂ ਤੁਹਾਨੂੰ ਪੋਜ਼ਿਟਿਵ ਤੁਸੀਂ ਰਿਪੋਰਟ ਆਉਂਦੀ ਆ, ਡਰ ਲੱਗਿਆ ਕਿਸੇ ਚੀਜ਼ ਦਾ, ਕੋਈ ਤਣਾਅ ਜਿਹਾ ਬਣਿਆ? ਸਰ ਦੇਖੋ, ਇੱਕ ਵਾਰ ਤਾਂ ਬੰਦਾ ਸੋਚਦਾ ਹੈ ਕਿ ਇਹ ਕੀ ਹੈ, ਕਿਉਂਕਿ ਫੈਮਿਲੀ ਤੋਂ ਦੂਰ ਹੋਣਾ ਜਾਂ ਕਿਸੇ ਤਰ੍ਹਾਂ ਹੋਣਾ, ਬਟ ਯੈਸ ਡਰਨ ਦੀ ਕੋਈ ਗੱਲ ਨਹੀਂ ਜੇ ਤੁਸੀਂ ਪ੍ਰੋਪਰ ਆਪਣਾ ਡਾਈਟ ਅਤੇ ਮੈਡੀਕੇਸ਼ਨ ਕਰਦੇ ਹੋ। ਜਦੋਂ ਵੀ ਮੈਂ ਆਪਣੇ ਵਾਰਡ ਦੇ ਵਿੱਚ ਜਾਂਦਾ, ਆਪਣੇ ਪੇਸ਼ੈਂਟਸ ਵਗੈਰਾ ਨੂੰ ਮਿਲਦਾ, ਬਿਕੋਜ਼ ਐਵਰੀਬਡੀ ਇਜ਼ ਪੋਜ਼ਿਟਿਵ ਦੇਅਰ, ਤਾਂ ਆਪਣੀ ਕੰਟਰੀ ਦੀ ਰਿਕਵਰੀ ਰੇਟ ਸਭ ਤੋਂ ਜ਼ਿਆਦਾ ਹੈ। ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈ। ਡਰ ਵਗੈਰਾ ਬਹੁਤ ਸੀਗਾ ਉਸ ਟਾਈਮ, ਕਿਉਂਕਿ ਉਸ ਟਾਈਮ ਅਫਵਾਹਾਂ ਬਹੁਤ ਸੀ, ਚੀਜ਼ ਵੀ ਨਵੀਂ ਸੀਗੀ। ਬਟ ਹੁਣ ਇਸ ਤਰ੍ਹਾਂ ਮੈਂ ਐਸਾ ਕੁਝ ਨਹੀਂ ਹੈਗਾ। ਹੁਣ ਜਿਹੜੇ ਵੀ ਲੋਕੀ ਗੱਲਾਂ ਕਰਦੇ ਨੇ ਕਿ ਹਾਂਜੀ ਹੁਣ ਚੂਨ ਹੈ, ਕਮਿਊਨਿਟੀ ਸਪਰੈਡ ਹੋ ਰਿਹਾ ਹੈਗਾ, ਠੀਕ ਹੈ, ਪ੍ਰੀਕਾਸ਼ਨਸ ਆਰ ਆਲਵੇਜ਼ ਬੀ ਦੇਅਰ। ਕਰੋਨਾ ਦੇ ਚੱਲਦੇ ਲਗਾਤਾਰ ਜਿਹੜੇ ਮਾਮਲੇ ਨੇ ਭਾਰਤ ਦੇ ਵਿੱਚ 3 ਲੱਖ ਤੋਂ ਉੱਪਰ ਰੋਜ਼ਾਨਾ ਜਿਹੜੇ ਸਾਹਮਣੇ ਆ ਰਹੇ ਨੇ। ਇੱਕ ਵੱਡਾ ਤਣਾਅ ਆ ਲੋਕਾਂ ਦੇ ਵਿੱਚ, ਇੱਕ ਵੱਡਾ ਦਬਾਅ ਲੋਕਾਂ ਉੱਤੇ ਪੈਂਦਾ ਨਜ਼ਰ ਆ ਰਿਹਾ, ਕਿਉਂਕਿ ਇਹ ਦਬਾਅ ਕਿਤੇ ਨਾ ਕਿਤੇ ਜਾ ਕੇ ਲੋਕਾਂ ਦੀ ਆਰਥਿਕਤਾ 'ਤੇ ਵੀ ਪੈਂਦਾ ਆ। ਪਰ ਇੱਥੇ ਜਦੋਂ ਅਹਿਮੀਅਤ ਦੀ ਗੱਲ ਕਰਦੇ ਹਾਂ ਤਾਂ ਡਾਕਟਰ ਦੀ ਅਹਿਮੀਅਤ ਵੱਡੀ ਗਿਣਤੀ ਦੇ ਵਿੱਚ ਸਮਝ ਆਉਂਦੀ ਹੈ ਕਿ ਡਾਕਟਰ ਕੀ ਹੈ, ਕਿਉਂਕਿ ਡਾਕਟਰ ਨੂੰ ਭਾਰਤ ਦੇ ਵਿੱਚ ਰੱਬ ਦਾ ਰੂਪ ਮੰਨਿਆ ਜਾਂਦਾ ਹੈ, ਦੂਸਰਾ ਰੱਬ ਮੰਨਿਆ ਜਾਂਦਾ ਆ। ਪਰ ਇਸ ਦੌਰਾਨ ਇਹ ਕਰੋਨਾ ਹੀਰੋ ਬਣਦੇ ਨੇ। ਕਰੋਨਾ ਹੀਰੋ ਕਿਸ ਤਰੀਕੇ ਦੇ ਨਾਲ ਰੱਬ ਦਾ ਦੂਸਰਾ ਰੂਪ ਕਿਸ ਤਰੀਕੇ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ, ਕਿਵੇਂ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ, ਇਹ ਤੁਹਾਨੂੰ ਪ੍ਰਤੱਖ ਦਿਖਾਵਾਂਗੇ। ਕਿਵੇਂ ਹਸਪੀਟਲ ਦੇ ਅੰਦਰ ਡਾਕਟਰ ਮਹੀਨਿਆਂ ਤੋਂ ਖੁਦ ਰਹਿ ਰਹੇ ਨੇ, ਆਪਣੇ ਘਰਾਂ ਤੱਕ ਨਹੀਂ ਜਾ ਰਹੇ। ਅਤੇ ਖਾਸ ਤੌਰ 'ਤੇ ਜਦੋਂ ਕੋਵਿਡ ਮਰੀਜ਼ਾਂ ਦੀ ਗੱਲ ਕਰਦੇ ਹਾਂ ਤਾਂ ਕੋਵਿਡ ਮਰੀਜ਼ਾਂ ਦਾ ਕਿਸ ਤਰੀਕੇ ਦੇ ਨਾਲ ਕਿਵੇਂ ਦੇਖਭਾਲ ਹੋ ਰਹੀ ਹੈ, ਕਿਵੇਂ ਉਹਨਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਅਸੀਂ ਇਸ ਵਕਤ ਹਸਪੀਟਲ ਦੇ ਅੰਦਰ ਜਿਹੜਾ ਦਾਖਲ ਹੋ ਚੁੱਕੇ ਹਾਂ। ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਪੂਰਾ ਜੋ ਪੁਖਤਾ ਪ੍ਰਬੰਧ ਕੀਤੇ ਜਾਂਦੇ ਨੇ ਡਾਕਟਰ ਵੱਲੋਂ ਕੀਤੇ ਜਾ ਰਹੇ ਨੇ। ਅਤੇ ਖਾਸ ਤੌਰ 'ਤੇ ਅਸੀਂ ਜਦੋਂ ਗੱਲ ਕਰਦੇ ਹਾਂ ਕਿ ਰੋਜ਼ਾਨਾ OPD ਹਸਪੀਟਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੈ, ਅਤੇ ਦੂਸਰੀ ਗੱਲ ਕੀਤੀ ਜਾਂਦੀ ਹੈ ਕਿ ਕਿਵੇਂ ਮਰੀਜ਼ ਨੂੰ ਕਿਸ ਤਰੀਕੇ ਦੇ ਨਾਲ ਸੰਭਾਲ ਕੀਤੀ ਜਾ ਰਹੀ ਹੈ, ਕਿਹੜੀਆਂ ਚੀਜ਼ਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ, ਅਤੇ ਕਿਸ ਤਰੀਕੇ ਦੇ ਨਾਲ ਮਰੀਜ਼ ਖਾਸ ਤੌਰ 'ਤੇ ਕੋਵਿਡ ਦੇ ਮਰੀਜ਼ ਦੀ ਕਿਵੇਂ ਪਹਿਚਾਣ ਕਰਕੇ ਉਸ ਨੂੰ ਕੋਵਿਡ ਵਾਰਡ ਵਿੱਚ ਸ਼ਿਫਟ ਕੀਤਾ ਜਾਂਦਾ। ਅਸੀਂ ਇਸ ਵਕਤ ਮਾਈਨਰ OT ਦੇ ਵਿੱਚ ਹਾਂ। ਇੱਥੇ ਜੋ ਮਰੀਜ਼ ਨੂੰ ਪਹਿਲਾਂ ਟੈਸਟਿੰਗ ਹੁੰਦੀ ਹੈ ਅਤੇ ਉਸ ਤੋਂ ਬਾਅਦ ਜੋ ਰੋਜ਼ਾਨਾ ਦੀ ਜਿਹੜੀ ਕਿ ਪ੍ਰਕਿਰਿਆ ਹੈ ਉਹ ਚੱਲਦੀ ਰਹਿੰਦੀ। ਮੇਰੇ ਨਾਲ ਡਾਕਟਰ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਨਾਮ ਹੈ ਜੀ? ਡਾਕਟਰ ਰੋਹਿਣੀ ਮਲਹੋਤਰਾ। ਡਾਕਟਰ ਸਾਹਿਬ, ਕਿਵੇਂ ਦੇਖਦੇ ਹੋ ਲਗਾਤਾਰ ਜੋ ਇਸ ਵਕਤ ਡਰ ਦਾ ਮਾਹੌਲ ਲੋਕਾਂ ਦੇ ਵਿੱਚ ਆ, ਤਣਾਅ ਦਾ ਮਾਹੌਲ ਹੈ, ਤੁਸੀਂ ਇਸ ਮਾਹੌਲ ਦੇ ਹੀਰੋ ਹੋ। ਤੁਸੀਂ ਜੇ ਅਸੀਂ ਰੱਬ ਦੇ ਰੂਪ ਦੀ ਗੱਲ ਕਰੀਏ ਤਾਂ ਦੂਜਾ ਰੱਬ ਦਾ ਰੂਪ ਡਾਕਟਰ ਨੂੰ ਮੰਨਿਆ ਜਾਂਦਾ। ਇਹ ਤਣਾਅ ਦਾ ਮਾਹੌਲ ਤੁਹਾਡੇ ਲਈ ਕਿੰਨਾ ਕੁ ਹਾਨੀਕਾਰਕ ਹੈ, ਪਹਿਲਾਂ ਤਾਂ ਇਹ ਦੱਸੋ। देखो, जैसे कि एमरजेंसी में अभी बहुत सारे तरह के केसेस आ ही रहे हैं, कोविड के केसेस हैं, और एमरजेंसी में और तरह का प्रेशर भी है। जैसे हमारे पास बहुत सारे केसेस जो हैं अदर एमरजेंसीज भी होती हैं, ट्रोमा है, मतलब कार्डियक एमरजेंसीज हैं, कोई हार्ट अटैक का मरीज़ आ रहा है, तो वो एमरजेंसीज भी इम्पॉर्टेंट हैं इस कोरोना वायरस के साथ साथ। हम उनको भी इग्नोर नहीं कर सकते हैं। तो लेकिन जैसे कि कोविड जो पेंडेमिक हमें इस टाइम पे पूरे इंडिया में आया है हमारे सर पे, वो जैसे भी हम एमरजेंसी में, क्योंकि सारा एमरजेंसी डिपार्टमेंट ओवरवर्कड है, ओवरलोडेड है लोगों के साथ। जैसे ही हमारे पास पेशेंट एमरजेंसी में आते हैं, सबसे पहले हम ट्राइजिंग कर रहे हैं, और ट्राइजिंग करके हमें जल्दी से जल्दी देखना है कि कौन सा पेशेंट किस मैनेजमेंट के लिए जाएगा। अगर हम ट्राइजिंग में देखते हैं कि पेशेंट सस्पेक्टेड है या ऑलरेडी कोविड पॉजिटिव है, हमारे डिफरेंट प्रोटोकॉल्स उसके लिए बने हुए हैं। अगर तो पेशेंट पॉजिटिव है तो हम उस पेशेंट का वहीं पे इनिशियल ट्रीटमेंट करके कोविड वार्ड में, जहाँ पे भी उनका डेडिकेटेड वार्ड है, ICU जो भी उनकी नीड है, वहाँ पे उनको शिफ्ट करवा देते हैं फर्दर ट्रीटमेंट के लिए।
और जो हमारे मतलब पेशेंट्स जो सस्पेक्टेड हैं उनके लिए हम यहाँ पे ही अपनी इमरजेंसी में ही कोविड रैपिड एंटीजन टेस्ट कर रहे हैं, जिसकी रिपोर्ट हमें आधे पौने घंटे में मिल जाती है। उसके बेसिस पे फिर हम देखते हैं कि पेशेंट को हम कहाँ पे डालेंगे। अगर तो वो क्या कहते हैं नेगेटिव रिपोर्ट आती है लेकिन पेशेंट को सिम्टम्स है, उसके लिए हमारे पास डेडिकेटेड डिफरेंट एरिया है, क्योंकि हमें इसका भी ध्यान रखना है कि इन्फेक्शन जो है वो फैले नहीं, क्योंकि हम कोविड और नॉन कोविड पेशेंट्स को इकट्ठे नहीं रख सकते हैं। तो वो हम देखते हैं पहले, जो पेशेंट पॉजिटिव आते हैं वो कोविड एरिया में चले जाते हैं, जो पेशेंट्स नेगेटिव आते हैं वो नॉन कोविड एरिया में चले जाते हैं। ਪੂਰਨ ਜਿਹੜਾ ਕਿ ਆਪਣੇ ਆਪ ਨੂੰ ਸਮਰਪਿਤ ਕੀਤਾ ਹੋਇਆ ਮਰੀਜ਼ਾਂ ਦੇ ਲਈ, ਕਿਉਂਕਿ ਇਸ ਦੌਰਾਨ ਲੋਕਾਂ ਦੀ ਭਲਾਈ ਦੇ ਲਈ ਡਾਕਟਰ ਕੰਮ ਜਿਹੜਾ ਕਰ ਰਿਹਾ ਆ, ਤੇ ਖਾਸ ਤੌਰ ਤੇ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਕਿ ਕੋਵਿਡ ਵਾਰਡ ਦੇ ਵਿੱਚ ਖਾਸ ਤੌਰ ਤੇ ਕਿਸ ਤਰੀਕੇ ਨਾਲ ਮਰੀਜ਼ ਦਾ ਧਿਆਨ ਰੱਖ ਜਾਂਦਾ, ਤੁਹਾਨੂੰ ਉਹ ਦਿਖਾਵਾਂਗੇ ਹਰ ਸਾਵਧਾਨੀ ਦੇ ਨਾਲ, ਹਰ ਹਦਾਇਤ ਦੀ ਪਾਲਣਾ ਕਰਦੇ ਹੋਏ। ਸੋ ਪੀਪੀ ਕਿੱਟ ਆ ਜਿਹੜੀ ਅਸੀਂ ਪਾ ਲਈ ਹੈ, ਤੇ 15 ਕੁ ਮਿੰਟ ਤਕਰੀਬਨ ਹੋਏ ਆ, ਤੇ ਇਸ ਤਰ੍ਹਾਂ ਲੱਗਾ ਜਿਵੇਂ ਭੱਠੀ ਦੇ ਵਿੱਚ ਆ ਮੈਂ ਕਿਤੇ ਨਾ ਕਿਤੇ। ਹੌਸਲਾ ਉਹਨਾਂ ਦਾ, ਦਾਦ ਉਹਨਾਂ ਨੂੰ ਆ ਜਿਹੜੇ 8-8 ਘੰਟੇ 10-10 ਘੰਟੇ ਪੂਰੀ ਕਿੱਟ ਪਾ ਕੇ ਜਿਹੜਾ ਕਿ ਮਰੀਜ਼ਾਂ ਦਾ ਧਿਆਨ ਰੱਖਦੇ ਆ। ਸੋ ਇਸ ਵਕਤ ਜੋ ਵਾਰਡ ਆ ਜਿੱਥੇ ਮਰੀਜ਼ ਰੱਖੇ ਗਏ ਨੇ ਉੱਥੇ ਗੱਲਬਾਤ ਕਰਦੇ ਆ, ਤੇ ਪਰਮਿੰਦਰ ਜੀ ਨੇ, ਸਾਨੂੰ ਪਤਾ ਲੱਗਿਆ ਕਿ ਪਰਮਿੰਦਰ ਜੀ ਇੰਪਲੋਏ ਵੀ ਨੇ ਇਸ ਹੌਸਪੀਟਲ ਦੇ ਵਿੱਚ, ਤੇ ਤਕਰੀਬਨ 1 ਮਹੀਨੇ ਤੋਂ ਘਰੇ ਨਹੀਂ ਗਏ, ਬਿਮਾਰ ਹੋ ਗਏ ਸੀ, ਤੇ ਸੋ ਵੱਡੀ ਸੇਵਾ ਵੀ ਲੋਕਾਂ ਦੀ ਇੱਥੇ ਕਰਦੇ ਰਿਹਾ। ਸੋ ਪਰਮਿੰਦਰ ਜੀ ਹੁਣ ਤਾਂ ਸਤਿ ਸ਼੍ਰੀ ਅਕਾਲ ਜੀ, ਹੁਣ ਤਾਂ ਨੈਗੇਟਿਵ ਹੋ? ਨਾ ਸਰ, ਅੱਜ ਮੇਰੀ ਫਿਰ ਦੁਬਾਰਾ ਰਿਪੋਰਟ ਆਈ ਹੈ ਐਕਚੁਅਲੀ, ਉਹ ਅਗੇਨ ਇਟਸ ਔਨ ਪੋਜ਼ਿਟਿਵ ਬਿਕੋਜ਼ ਹਾਂਜੀ ਮੇਰਾ ਹੁਣ ਆਲਵੇਜ਼ ਆਈ ਐਮ ਇਨ ਕੋਵਿਡ ਵਾਰਡ ਹੈ ਨਾ, ਤੇ ਸਮਟਾਈਮਸ ਮਾਈਟ ਬੀ ਸਰ ਐਨਜ਼ਾਈਮ ਅਜੇ ਵੀ ਅੰਦਰ ਹੀ ਹੈਗਾ, ਅਜੇ ਸਟਿਲ ਅੰਦਰ ਹੈ। ਅੱਜ ਅਨਫੋਰਚੂਨੇਟ ਰਿਪੋਰਟ ਅੱਜ ਆਈ ਹੈਗੀ ਤੇ ਸਟਿਲ ਉਹ ਪੋਜ਼ਿਟਿਵ ਹੈਗੀ। ਕਿੰਨੇ ਦਿਨਾਂ ਬਾਅਦ ਰਿਪੋਰਟ ਕਰਵਾਈ ਹੈ? ਰਿਪੋਰਟ 13 ਡੇਜ਼ ਬਾਅਦ ਹੁੰਦੀ ਹੈ ਸਰ, ਸਾਡੇ ਜਿਹੜਾ ਗਵਰਨਮੈਂਟ ਪ੍ਰੋਟੋਕੋਲ ਹੈ 13 ਡੇਜ਼ ਬਾਅਦ ਅਸੀਂ ਰਿਪੋਰਟ ਕਰਵਾਉਂਦੇ ਹੈਗੇ। ਆਫਟਰ 13 ਡੇਜ਼ ਬਾਅਦ ਫਿਰ ਕਰਵਾਈ ਸੀ ਕੱਲ ਮੈਂ ਰਿਪੋਰਟ, ਹੁਣ ਮੇਰੇ ਕੋਲ ਪਹੁੰਚੀ ਹੈਗੀ ਹੈ, ਤਾਂ ਇਟਸ ਕਮਸ ਅਗੇਨ ਪੋਜ਼ਿਟਿਵ, ਬਟ ਆਈ ਐਮ ਸਟਿਲ ਔਨ ਜੌਬ ਰਾਈਟ ਨਾਓ। ਕੰਮ ਵੀ ਕਰ ਰਹੇ ਨਾਲ ਕੰਮ ਕਰ ਰਹੇ ਸਰ, ਉਹ ਸਾਰੇ ਪੇਸ਼ੈਂਟਸ ਨੇ ਜਿੰਨੇ ਵੀ ਹੈਗੇ ਨੇ, ਐਟਲੀਸਟ ਆਈ ਨੀਡ ਟੂ ਬੀ ਕੈਟਰ them ਆਲਸੋ, ਠੀਕ ਹੈ, ਦੇਖਣਾ ਵੀ ਪੈਂਦਾ ਹੈਗਾ ਕਿ ਉਹਨਾਂ ਦਾ ਸਭ ਟ੍ਰੀਟਮੈਂਟ ਪ੍ਰੋਪਰ ਚੱਲ ਰਿਹਾ ਨਹੀਂ ਚੱਲ ਰਿਹਾ ਹੈਗਾ। ਬੱਚੇ ਦਾ ਬਰਥਡੇ ਇੱਥੇ ਮਨਾਇਆ ਸੀਗਾ? ਹਾਂਜੀ ਸਰ, ਬੱਚੇ ਦਾ ਬਰਥਡੇ ਵੀ ਉਰੀ ਮਨਾਇਆ ਸੀਗਾ ਸਰ। ਐਕਚੁਅਲੀ ਉਹ ਵੀ ਮੈਨੂੰ ਬਹੁਤ ਮਿਸ ਕਰ ਰਿਹਾ ਸੀਗਾ, ਕਹਿੰਦੇ ਪਾਪਾ ਦਿਸ ਇਜ਼ ਦਾ ਫਸਟ ਟਾਈਮ ਐਕਚੁਅਲੀ ਤੁਸੀਂ ਇੱਥੇ ਹੈ ਨਹੀਂ ਹੋ। ਮੈਂ ਕਿਹਾ ਬੇਟਾ ਇਟਸ ਆਲ ਅਬਾਊਟ ਸਰਕਮਸਟੈਂਸਿਸ, ਹੁਣ ਕੀ ਕਰ ਸਕਦੇ ਹੈਗੇ। ਹੁਣ ਬੇਟੇ ਦਾ ਵੀ ਬਰਥਡੇ ਮੈਂ ਮਨਾਇਆ, ਵਾਈਫ ਬਾਹਰ ਹੈਗੇ ਨੇ, ਠੀਕ ਹੈ ਨਾ ਜੀ, ਉਹ ਵੀ ਹੁਣ ਘਰ ਆਈਸੋਲੇਟਿਡ ਨੇ ਐਕਚੁਅਲੀ ਆਲਰੇਡੀ, ਤੇ ਮਮ ਡੈਡ ਵੀ ਹੈਗੇ ਨੇ, ਉਹ ਵੀ ਦੇ ਆਰ ਜਸਟ ਵਰਿਡ ਕਿ ਹਾਂ ਵੀ ਕਿੱਦਾਂ ਨਹੀਂ ਹੈਗਾ। ਅੱਜ ਉਹਨਾਂ ਰਿਪੋਰਟ ਭੇਜੀ ਹੈ, ਦੇ ਫੀਲ ਮਤਲਬ ਵੈਰੀ ਲੋ ਐਕਚੁਅਲੀ ਕਿ ਅਜੇ ਸਟਿਲ ਤੁਸੀਂ ਪੋਜ਼ਿਟਿਵ ਹੀ ਹੋ। ਪਰਮਿੰਦਰ ਜੀ ਕਿਵੇਂ ਲੋਕਾਂ ਨੂੰ ਕਿਵੇਂ ਇੰਸਪਾਇਰ ਕਰੀਏ, ਲੋਕਾਂ ਦੇ ਲਈ ਕੀ ਸੁਨੇਹਾ ਹੈ? ਵੱਡੀ ਗੱਲ, ਕਿਉਂਕਿ ਤੁਸੀਂ ਆਪਣਾ ਪਰਿਵਾਰ ਛੱਡ ਕੇ ਤਕਰੀਬਨ 1-1.25 ਮਹੀਨੇ ਤੋਂ ਇੱਥੇ ਹੋ, ਬੇਸ਼ੱਕ ਤੁਸੀਂ ਬਿਮਾਰ ਹੋ ਗਏ, ਦੁਬਾਰਾ ਤੁਸੀਂ ਕਹਿੰਦੇ ਰਿਪੋਰਟ ਤੁਹਾਡੀ ਹੈ ਜਿਹੜੀ ਕਿ ਨੈਗੇਟਿਵ ਨਹੀਂ ਹੋਈ, ਤੁਸੀਂ ਹਜੇ ਵੀ ਹੌਸਲਾ, ਹਜੇ ਵੀ ਆਪਣਾ ਕੰਮ ਕਰ ਰਹੇ ਹੋ। ਡਰ ਬਹੁਤ ਵੱਡਾ ਲੋਕਾਂ ਦੇ ਅੰਦਰ। ਹਾਂਜੀ, ਡਰ ਸਰ ਐਕਚੁਅਲੀ ਕੀ ਹੈਗਾ ਕਿ ਹੁਣ ਇਟਸ ਆਲ ਅਬਾਊਟ ਕਿ ਤੁਹਾਡੀ ਨਾ ਜਿਹੜਾ ਹੁਣ ਹਵਾ ਚੱਲੀ ਹੈਗੀ ਹੈ, ਕਿਉਂਕਿ ਇਹ 에ਅਰਬੋਰਨ ਬਣ ਚੁੱਕਾ ਹੈਗਾ ਐਕਚੁਅਲੀ ਹੁਣ ਨਾ, ਇਹ ਹੁਣ ਜਿਹੜਾ ਵੀ ਬੰਦਾ ਹੁਣ ਪਿਆਸਾ ਰਹਿ ਰਿਹਾ ਹੈਗਾ ਜਾਂ ਫਿਰ ਭੁੱਖਾ ਰਹਿ ਰਿਹਾ ਹੈਗਾ, ਸ਼ਾਇਦ ਉਹਨਾਂ ਵਾਸਤੇ ਜ਼ਿਆਦਾ ਕੰਪਲਿਕੇਸ਼ਨ ਪੈਦਾ ਹੋ ਸਕਦੀ ਹੈਗੀ। ਆਪਣੇ ਆਪ ਨੂੰ ਡੀਹਾਈਡਰੇਟਡ ਨਾ ਰੱਖੋ, ਤੁਸੀਂ ਹਾਈਡਰੇਟਡ ਰੱਖੋ, ਪ੍ਰੋਪਰ ਤਰੀਕੇ ਨਾਲ ਖਾਣਾ ਪ੍ਰੋਪਰ ਤਰੀਕੇ ਨਾਲ ਖਾਂਦੇ ਰਹੋ, ਐਂਡ ਜਿਹੜੀ ਵੀ ਆਪਣੇ ਮਾਸਕ ਐਂਡ ਆਲ ਇਹਦੀ ਤੁਸੀਂ ਪਲੀਜ਼ ਪਾਲਣਾ ਕਰੋ, ਉਹ ਬਹੁਤ ਜ਼ਰੂਰੀ ਹੈਗਾ। ਕਿਉਂਕਿ ਇੱਥੇ ਫਿਰ ਤੁਸੀਂ ਕੀ ਧਿਆਨ ਰੱਖਦੇ ਹੋ ਆਪਦਾ, ਖਾਸ ਤੌਰ ਤੇ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੋਰ ਮਜ਼ਬੂਤ ਬਣਾ ਰਹੇ ਹੋ? ਸਰ ਇੱਥੇ ਆਪਣੇ ਮੇਰੇ ਲਈ ਤਾਂ ਖੈਰ ਆਲਰੇਡੀ ਡਾਈਟ ਪਲਾਨ ਮੇਰਾ ਤਾਂ ਆਲਰੇਡੀ ਡਾਈਟੀਸ਼ੀਅਨਸ ਨੇ ਪਲਾਨ ਕੀਤਾ ਹੋਇਆ, ਜਿਹਦੇ ਵਿੱਚ ਕੰਪਲੀਟ ਮੇਰਾ ਇਮਿਊਨ ਸਿਸਟਮ ਨੂੰ ਪੂਰਾ ਦੇਖ ਰੇਖ ਕੀਤਾ ਜਾਂਦਾ ਹੈਗਾ। ਜਦੋਂ ਵੀ ਮੈਂ ਆਪਣੇ ਵਾਰਡ ਦੇ ਵਿੱਚ ਜਾਂਦਾ, ਆਪਣੇ ਪੇਸ਼ੈਂਟਸ ਵਗੈਰਾ ਨੂੰ ਮਿਲਦਾ, ਬਿਕੋਜ਼ ਐਵਰੀਬਡੀ ਇਜ਼ ਪੋਜ਼ਿਟਿਵ ਦੇਅਰ, ਤਾਂ ਪੇਸ਼ੈਂਟਸ ਨੂੰ ਜਦੋਂ ਉੱਥੋਂ ਡੀਲ ਕਰਦਾ, ਮੈਂ ਤਾਂ ਹੁਣ ਰਿਮੋਟਲੀ ਵੀ ਡੀਲ ਕਰਦਾ ਹੈਗਾ ਉਹਨਾਂ ਨੂੰ, ਉਹਨਾਂ ਦੇ ਪੇਸ਼ੈਂਟਸ ਦੇ ਨਾਲ, ਘਰ ਦੇ ਨਾਲ ਵੀ ਗੱਲਬਾਤ ਕਰਦਾ, ਤਾਂ ਦੈਨ ਸੈਟਲ ਦੈਮ। ਬਟ ਜਦ ਵੀ ਨੀਚੇ ਇਹਨਾਂ ਦੇ ਆਈ ਹੈਵ ਟੂ ਵੀਅਰ ਪੀਪੀ ਕਿਟ ਆਲਸੋ, ਠੀਕ ਹੈ ਨਾ, ਬਿਕੋਜ਼ ਅਦਰ ਸਟਾਫ ਵੀ ਮੈਂਬਰ ਵੀ ਹੈਗੇ, ਦੇ ਆਰ ਨਾਟ ਸਪੋਜ਼ ਟੂ ਬੀ ਇਨਫੈਕਟਡ, ਤੇ ਆਲਵੇਜ਼ ਵੀਅਰ ਪੀਪੀ ਕਿਟ ਹਮੇਸ਼ਾ ਪਾ ਕੇ ਨੀਚੇ ਜਾਣਾ ਹੈਗਾ, ਉਹਨਾਂ ਨੂੰ ਮਿਲਣ ਵਾਸਤੇ, ਗੱਲ ਕਰਨ ਵਾਸਤੇ, ਟੀਮ ਨੂੰ ਵੀ ਸਪੋਰਟ ਕਰਨਾ ਹੁੰਦਾ, ਬਿਕੋਜ਼ ਇਟਸ ਅ ਵੈਰੀ ਬਿਗ ਟੀਮ। ਇਸ ਟਾਈਮ ਐਪੀਡੈਮਿਕ ਟਾਈਮ ਚੱਲ ਰਿਹਾ ਹੈਗਾ, ਤੇ ਅਗਰ ਉਹਨਾਂ ਨੂੰ ਸਪੋਰਟ ਅਸੀਂ ਨਹੀਂ ਕਰਾਂਗੇ ਤਾਂ ਫਿਰ ਕਿੱਦਾਂ ਚੱਲੇਗਾ। ਬਿਲਕੁਲ ਬਾਈ, ਸਲਾਮ ਤੁਹਾਨੂੰ ਆ, ਤੁਸੀਂ ਬਿਮਾਰ ਹੋ
ਪਰ ਬਿਮਾਰ ਹੋਣ ਦੇ ਬਾਵਜੂਦ ਤੁਸੀਂ ਆਪਣਾ ਜਿਹੜਾ ਕੰਮ ਉਹ ਕਰ ਰਹੇ ਹੋ ਤੇ ਨਾਲ ਦੀ ਨਾਲ ਉਹਨਾਂ ਲੋਕਾਂ ਦੇ ਲਈ ਹੌਸਲਾ ਬਣ ਰਹੇ ਹੋ ਜੋ ਕਿਤੇ ਨਾ ਕਿਤੇ ਡਰ ਦੇ ਵਿੱਚ ਨੇ। ਅੱਛਾ, ਵੱਡੀ ਸਮੱਸਿਆ ਲੋਕਾਂ ਵਿੱਚ ਡਰ ਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜਾ WhatsApp ਯੂਨੀਵਰਸਿਟੀ ਦੇ ਵਿੱਚ ਚੱਲਦਾ ਹੁੰਦਾ ਉਹ ਹੁੰਦਾ ਅਫਵਾਹਾਂ ਚੱਲਦੀ ਜੀ, ਐਦਾਂ ਨਾ ਕਰੋ, ਐਦਾਂ ਕਰਨਾ, ਕਰੋਨਾ ਨਾਲ ਮੌਤ ਹੁੰਦੀ ਹੈ, ਫਲਾਨਾ ਹੁੰਦੀ, ਇਹ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਤੋਂ ਆਪਦੇ ਆਪ ਨੂੰ ਕਿਵੇਂ ਉਭਾਰਦੇ ਹੋ ਜਾਂ ਲੋਕਾਂ ਨੂੰ ਕਿਵੇਂ ਉਭਾਰਦੇ ਹੋ? ਨਹੀਂ ਸਰ, ਇਹ ਜਿਹੜੀ ਡਰ ਜਿਹੜਾ ਲੋਕਾਂ ਨੇ ਦੇ ਵਿੱਚ ਪਾਇਆ ਜਾਂਦਾ ਨਾ, ਜਿਹੜਾ ਐਟਲੀਸਟ ਮੈਂ ਇਸ ਤੋਂ ਬਹੁਤ ਜ਼ਿਆਦਾ ਨਾ ਮਤਲਬ ਇੰਪੈਕਟਡ ਨਹੀਂ ਹੋਇਆ। ਕਾਰਨ ਕੀ ਸੀਗਾ ਕਿ 1 ਸਾਲ ਤੋਂ ਮੈਂ ਕੋਵਿਡ ਵਾਰਡ ਨੂੰ ਦੇਖ ਰਿਹਾ ਹੈਗਾ। ਮੈਂ ਜਦੋਂ ਲਾਸਟ ਈਅਰ ਸ਼ੁਰੂ ਹੋਇਆ ਸੀ, ਆਈ ਜੁਆਇਨ ਦਿਸ ਹਸਪੀਟਲ, ਗ੍ਰੇਸ਼ਨ ਹਸਪੀਟਲ ਜੁਆਇਨ ਕੀਤਾ ਸੀਗਾ ਮੈਂ, ਤੇ ਉਸ ਤੋਂ ਬਾਅਦ ਮੈਂ ਇਸੀ ਹਸਪੀਟਲ ਦੇ ਵਿੱਚ ਡੇ 1 ਤੋਂ ਮੈਂ ਕੋਵਿਡ ਵਾਰਡ ਦੇ ਵਿੱਚ ਹੀ ਹਾਂ। ਜਦੋਂ ਫਸਟ ਟਾਈਮ ਰੇਂਜ ਜਦੋਂ ਆਈ ਸੀਗੀ ਉਸ ਟਾਈਮ ਵੀ ਮੈਂ ਹੈਂਡਲਿੰਗ ਨੀਅਰ ਅਬਾਊਟ 110 ਪੇਸ਼ੈਂਟ ਸੀਗੇ। ਉਸ ਟਾਈਮ ਵੀ ਡਰ ਵਗੈਰਾ ਬਹੁਤ ਸੀਗਾ ਉਸ ਟਾਈਮ, ਕਿਉਂਕਿ ਉਸ ਟਾਈਮ ਅਫਵਾਹਾਂ ਬਹੁਤ ਸੀ, ਚੀਜ਼ ਵੀ ਨਵੀਂ ਸੀਗੀ। ਬਟ ਹੁਣ ਇਸ ਤਰ੍ਹਾਂ ਮੈਂ ਇਸ ਸੱਚ ਕੁਝ ਨਹੀਂ ਹੈਗਾ। ਹੁਣ ਜਿਹੜੇ ਵੀ ਲੋਕੀ ਗੱਲਾਂ ਕਰਦੇ ਨੇ ਕਿ ਹਾਂਜੀ ਹੁਣ ਚੂਨ ਹੈ, ਕਮਿਊਨਿਟੀ ਸਪਰੈਡ ਹੋ ਰਿਹਾ ਹੈਗਾ, ਠੀਕ ਹੈ, ਪ੍ਰੀਕਾਸ਼ਨਸ ਆਰ ਆਲਵੇਜ਼ ਬੀ ਦੇਅਰ। ਸਰਕਾਰ ਦੀ ਤੁਸੀਂ ਗੱਲਾਂ ਮੰਨੋ, ਜੋ ਗੱਲ ਕਹਿੰਦੇ ਨੇ ਐਟਲੀਸਟ ਤੁਸੀਂ ਮੰਨੋ, ਪਾਲਣਾ ਕਰੋ ਉਹਨਾਂ ਦੀ ਤੁਸੀਂ ਚੀਜ਼ਾਂ ਦੀ। ਅਨਨੈਸੈਸਰਲੀ ਤੁਸੀਂ ਬਾਹਰ ਨਾ ਘੁੰਮੋ, ਰੋਮ ਨਾ ਕਰੋ ਆਪਣੇ ਆਪ ਨੂੰ ਬਾਹਰ ਨੂੰ, ਐਂਡ ਬੈਟਰ ਵੀ ਹਮੇਸ਼ਾ ਕਮਿਊਨਿਟੀ ਤੋਂ ਥੋੜ੍ਹਾ ਜਿਹਾ ਅਲੱਗ ਰਹੋ, ਡਿਸਟੈਂਸ ਬਣਾ ਕੇ ਰੱਖੋ ਹਮੇਸ਼ਾ। ਉਹ ਹਮੇਸ਼ਾ ਸੁਜੈਸਟਡ ਰਹਿੰਦਾ ਹੈਗਾ। ਹੁਣ ਜਿਹੜੇ ਨਹੀਂ ਹੈਗੇ, ਜਿਨ੍ਹਾਂ ਦਾ ਵੀਕ ਇਮਿਊਨ ਹੈਗਾ, ਉਹ ਪਕੜ ਵਿੱਚ ਆ ਜਾਂਦੇ ਨੇ। ਅੱਛਾ, ਇਮਿਊਨ ਵੈਸੇ ਤਾਂ ਵਧਾਉਣ ਦੇ ਲਈ ਡਾਈਟ ਪਲਾਨ ਬਹੁਤ ਵਧੀਆ ਹੁੰਦਾ ਹੈ, ਪਰ ਖਾਸ ਤੌਰ ਤੇ ਕਿਸ ਤਰੀਕੇ ਦਾ ਧਿਆਨ ਰੱਖਣਾ ਚਾਹੀਦਾ ਹੈ, ਜ਼ਿਆਦਾ ਕੀ ਲੈਣਾ ਚਾਹੀਦਾ, ਕਿਉਂਕਿ ਤੁਸੀਂ ਆਹ ਤੱਕ ਡਾਈਟ ਪਲਾਨ ਬਣਾਇਆ ਹੋਇਆ? ਹਾਂਜੀ, ਸਾਡੇ ਕੋਲ ਤਕਰੀਬਨ ਜਿਹੜੇ ਅਸੀਂ ਫਰੂਟਸ ਵਗੈਰਾ ਹੁੰਦੇ ਨੇ ਸਰ, ਸਿਟਰਿਕ ਫਰੂਟਸ ਵਗੈਰਾ ਹੁੰਦੇ ਨੇ, ਉਹਦਾ ਡਾਈਟ ਪਲਾਨ ਦੇ ਨਾਲ ਕਾਫੀ ਜ਼ਿਆਦਾ ਸਾਡਾ ਕਨੈਕਟਡ ਰਹਿੰਦਾ ਹੈਗਾ। ਸਵੇਰੇ ਐਗਸ ਵਗੈਰਾ ਹੋ ਗਏ, ਪ੍ਰੋਟੀਨ ਡਾਈਟਸ ਵਗੈਰਾ ਹੋ ਗਈ, ਸ਼ਾਮ ਨੂੰ ਅਸੀਂ ਮਿਲਕ ਵਗੈਰਾ ਪੀਂਦੇ ਹਾਂ, ਹਲਦੀ ਵਾਲਾ ਦੁੱਧ ਪੀਂਦੇ ਹੈਗੇ, ਕਾੜਾ ਵਗੈਰਾ ਆਉਂਦਾ ਹੈਗਾ, ਐਵਰੀਥਿੰਗ ਇਜ਼ ਦੇਅਰ। ਉਹ ਸਭ ਮਿਕਸਚਰ ਹੋ ਕੇ ਤੁਹਾਡਾ ਇੱਕ ਇਮਿਊਨ ਸਿਸਟਮ ਨੂੰ ਬੂਸਟ ਕਰਦਾ ਹੈ। ਪਲੱਸ ਦੇਅਰ ਆਰ ਸਮ ਅਦਰ ਮੈਡੀਕੇਸ਼ਨਸ ਆਲਸੋ ਜਿਹੜੀਆਂ ਸਾਨੂੰ ਵਿਟਾਮਿਨ ਜਿਹੜੇ ਦਿੰਦੇ ਹੈਗੇ ਨੇ, ਜ਼ਿੰਕ ਵਗੈਰਾ ਹੋ ਗਿਆ, ਜਿਹੜੀ ਚੀਜ਼ਾਂ ਦਿੰਦੇ ਨੇ, ਇਟਸ ਆਲ ਅਬਾਊਟ ਦੈਟ। ਉਹ ਅਗਰ ਖਾਵਾਂਗੇ ਤਾਂ ਤੁਹਾਡਾ ਇਮਿਊਨ ਬਚਿਆ ਰਹਿੰਦਾ ਹੈ। ਇੱਕ ਨਾਰਮਲ ਪੇਸ਼ੈਂਟ ਅਗਰ ਨਾਰਮਲ ਬੰਦਾ ਹੈਗਾ ਕਿ ਆਪਣੇ ਆਪ ਨੂੰ ਕਿੱਦਾਂ ਬਚਾਵੇ, ਉਹ ਬਸ ਆਪਣੇ ਆਪ ਨੂੰ ਹੈਲਦੀ ਰੱਖੇ ਐਂਡ ਪਲੱਸ ਆਪਣੇ ਆਪ ਨੂੰ ਹਾਈਡਰੇਟਡ ਰੱਖੇ, ਡੀਹਾਈਡਰੇਟਡ ਨਾ ਕਰੇ, ਭੁੱਖਾ ਨਾ ਰਵੇ, ਸਿਰ ਦਰਦ ਨਾ ਹੋਵੇ ਉਹਨੂੰ, ਤੇ ਐਂਡ ਆਪਣੇ ਆਪ ਨੂੰ ਮਤਲਬ ਸੈਰ ਵਗੈਰਾ ਹੋ ਗਈ, ਇਹ ਚੀਜ਼ਾਂ ਜ਼ਰੂਰੀ ਨੇ। ਬਟ ਐਂਡ ਆਫ ਦਾ ਡੇ ਹੁਣ ਇਮਿਊਨ ਜਿਹਦੇ ਕਮਜ਼ੋਰ ਹੋਏਗਾ ਉਹ ਪਕੜਿਆ ਜਾਏਗਾ, ਕਿਉਂਕਿ 에ਅਰਬੋਰਨ ਹੋ ਚੁੱਕਾ ਹੈਗਾ। ਅਰਦਾਸ ਕਰਦੇ ਜਲਦੀ ਠੀਕ ਹੋ ਕੇ ਤੁਸੀਂ ਆਪਣੇ ਬੱਚੇ ਕੋਲ ਜਾਓ। ਤੇ ਖਾਸ ਤੌਰ ਤੇ ਇੱਕ ਸੁਨੇਹਾ ਤੁਹਾਡੇ ਕੋਲ ਜ਼ਰੂਰ ਲਵਾਂਗੇ, ਕਿਉਂਕਿ ਤੁਸੀਂ ਕਰੋਨਾ ਹੀਰੋ ਤਾਂ ਹੈ ਹੀ, ਵਾਰੀਅਰ ਤਾਂ ਹੈ ਹੀ ਹੈ, ਕਿਉਂਕਿ ਨਾਲ ਕੰਮ ਕਰ ਰਹੇ ਹੋ, ਨਾਲੇ ਆਪਦੇ ਆਪ ਨੂੰ ਸੰਭਾਲ ਰਹੇ ਹੋ, ਪਰਿਵਾਰ ਨੂੰ ਵੀ ਦੇਖ ਰਹੇ ਹੋ। ਪਰ ਇਸ ਦੌਰਾਨ ਲੋਕਾਂ ਦੇ ਵਿੱਚ ਜੋ ਡਰ ਦੀ ਸੀ ਗੱਲ ਕਰ ਰਹੇ ਹਾਂ, ਲੋਕਾਂ ਵਿੱਚ ਅਫਵਾਹਾਂ ਦਾ ਮਾਹੌਲ ਹੈ, ਲਗਾਤਾਰ ਮੌਤਾਂ ਵੀ ਹੋ ਰਹੀਆਂ ਨੇ, ਉਹ ਕਿਸੇ ਨਾ ਕਿਸੇ ਡਰ ਕਰਕੇ ਜਾਂ ਕਿਸੇ ਨਾ ਕਿਸੇ ਕਮੀ ਕਰਕੇ, ਆਕਸੀਜਨ ਦੀ ਕਮੀ ਕਰਕੇ ਹੋ ਰਹੀਆਂ। ਉਹ ਤੋਂ ਕਿਵੇਂ ਬਚਿਆ ਜਾਵੇ, ਕਿਵੇਂ ਉਭਰਿਆ ਜਾਵੇ ਤੇ ਆਪਣੇ ਆਪ ਨੂੰ ਕਰੋਨਾ ਵਾਰੀਅਰ ਕਿਵੇਂ ਬਣਾਇਆ ਜਾਵੇ? ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਇੱਕ ਆਕਸੀਜਨ ਦਾ ਇੱਕ ਪਹਿਲਾ ਮੁੱਦਾ ਹੈਗਾ ਜਿਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਆਕਸੀਜਨ ਡੈਫੀਨੇਟਲੀ ਇਟਸ ਅ ਕਰੰਚ ਐਕਚੁਅਲੀ ਰਾਈਟ ਨਾਓ, ਕਰੰਚ ਚੱਲ ਰਿਹਾ ਹੈਗਾ। ਬਟ ਆਪਣੇ ਆਪ ਨੂੰ ਸਟੇਟਸ ਸਾਂਭਣ ਵਾਸਤੇ ਦੇਅਰ ਆਰ ਮੈਨੀ ਸੋਸ਼ਲ ਮੀਡੀਆ ਦੇ ਵਿੱਚ ਨਾ ਛੋਟੀ ਰੈਮੀਡੀਜ਼ ਬਹੁਤ ਹੁੰਦੀ, ਜਿੱਦਾਂ ਪੌਨ ਸਟੇਜ ਦੇ ਵਿੱਚ ਲੇਟ ਪ੍ਰੌਨ ਸਟੇਜ ਤੇ ਜਿਹੜੇ ਉਲਟਾ ਕਰਕੇ ਲੇਟ ਗਏ, ਆਪਣੇ ਆਪ ਨੂੰ ਐਕਸਰਸਾਈਜ਼ ਵਗੈਰਾ ਕਰਨੀ, ਛਾਤੀ ਦੇ ਬਲ ਲੇਟ ਕੇ ਵਗੈਰਾ, ਉਹ ਬਹੁਤ ਅੱਛੀ ਕੰਡੀਸ਼ਨਸ ਹੈਗੀਆਂ ਨੇ। ਪਲੱਸ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ। ਮੇਨਟੇਨ ਦਾ ਮਤਲਬ ਇੱਦਾਂ ਹੈਗਾ ਕਿ ਮੈਡੀਕੇਸ਼ਨਸ ਵਗੈਰਾ ਜਿਹੜੀ ਹੈ ਤੁਸੀਂ ਡਾਕਟਰ ਨਾਲ ਹਮੇਸ਼ਾ ਆਪਣੇ ਸੰਪਰਕ ਦੇ ਵਿੱਚ ਰਹੋ ਕਿ ਮੈਨੂੰ ਅਗਰ ਕੋਈ ਇਸ ਤਰ੍ਹਾਂ ਦਾ ਲੱਛਣ ਆ ਰਿਹਾ ਹੈਗਾ ਤਾਂ ਤੁਰੰਤ ਟਰੀਟਮੈਂਟ ਲਓ। ਅਗਰ ਤੁਸੀਂ ਤੁਰੰਤ ਟਰੀਟਮੈਂਟ ਲੈ ਲੈਂਦੇ ਹੋ, ਉਹਦੇ ਨਾਲ ਨਾ ਅਗਲੇ ਆਉਣ ਵਾਲੇ ਟਾਈਮ 'ਚ ਕੋਈ ਨੁਕਸਾਨ ਨਹੀਂ ਹੁੰਦਾ ਹੈਗਾ, ਕਿਉਂਕਿ ਕਰੋਨਾ ਦਾ ਜਿਹੜਾ ਟਾਈਮ ਹੈਗਾ, ਅਗਲੇ ਜਿਹੜਾ 7ਵੇਂ 8ਵੇਂ 9ਵੇਂ ਦਿਨ ਤੋਂ ਬਾਅਦ ਜਿਹੜਾ ਹੁੰਦਾ ਇੰਪੈਕਟ ਥੋੜ੍ਹਾ ਜਿਹਾ ਹਾਈ ਹੋ ਜਾਂਦਾ ਹੈਗਾ। ਤਾਂ ਉਹਦੇ ਕਰਕੇ ਪ੍ਰੀਕਾਸ਼ਨਰੀ ਤੁਸੀਂ ਅਗਰ ਕੁਝ ਮੈਡੀਕੇਸ਼ਨਸ ਵਗੈਰਾ ਲੈ ਲੈਂਦੇ ਹੋ, ਇਟਸ ਫਾਰ ਬੈਟਰ ਫਾਰ ਐਵਰੀਥਿੰਗ ਐਲਸ। ਨੈਕਸਟ ਟਾਈਮ ਤੁਹਾਨੂੰ ਫਿਰ ਜ਼ਿਆਦਾ ਇੰਪੈਕਟ ਨਹੀਂ ਕਰਦਾ ਹੈਗਾ, ਇਹ ਚੀਜ਼ ਹੈਗੀ ਜੀ। ਦਵਾਈਆਂ ਜ਼ਰੂਰੀ ਹੈ, ਤੇ ਖਾਸ ਕਰਕੇ ਪਰਮਿੰਦਰ ਜੀ ਦੀ ਗੱਲ ਕਰਦੇ ਹਾਂ ਤਾਂ ਹੌਸਲੇ ਦਾਲ ਦਿੰਦੇ ਆ ਕਿ ਪਰਮਿੰਦਰ ਜੀ ਨਾਲ ਆਪਣਾ ਇਲਾਜ ਕਰ ਰਹੇ ਨੇ ਤੇ ਨਾਲ ਦੀ ਨਾਲ ਜਿਹੜਾ ਹੋਰ ਜਿਹੜੇ ਮਰੀਜ਼ ਨੇ ਉਹਨਾਂ ਨੂੰ ਵੀ ਹੌਸਲਾ ਦੇ ਰਹੇ ਨੇ, ਉਹਨਾਂ ਦਾ ਵੀ ਇਲਾਜ ਕਰ ਰਹੇ ਨੇ। ਹਾਲਾਂਕਿ ਹੋਰ ਵੀ ਬਹੁਤ ਸਾਰੇ ਯੋਧੇ ਇੱਥੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ ਕਿਸ ਤਰੀਕੇ ਦੇ ਨਾਲ ਕਿ ਉਹ ਆਪਣੇ ਆਪ ਨੂੰ ਸੰਭਾਲ ਰਹੇ ਨੇ, ਕਿਸ ਤਰੀਕੇ ਦੇ ਨਾਲ ਉਹ ਇਸ ਜੋ ਲੋਕ ਬਿਮਾਰੀ ਦੇ ਵਿੱਚ ਚਪੇਟ ਵਿੱਚ ਆਏ ਹੋਏ ਨੇ ਉਹਨਾਂ ਦੀ ਜਾਨ ਨੂੰ ਬਚਾ ਰਹੇ ਨੇ। ਸੋ ਮਰੀਜ਼ਾਂ ਨਾਲ ਲਗਾਤਾਰ ਗੱਲ ਕਰ ਰਹੇ ਆ। ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਕਿ ਕਿਸ ਤਰੀਕੇ ਦੇ ਨਾਲ ਜੇ ਬਿਮਾਰੀ ਇਹ ਆ ਰਹੀ ਹੈ, ਕਿਸ ਤਰੀਕੇ ਦੇ ਨਾਲ ਅਟੈਕ ਕਰ ਰਹੀ ਹੈ, ਕਿਸ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਹੈ ਤੇ ਕਿਵੇਂ ਉਹਨਾਂ ਦਾ ਇਲਾਜ ਹੋ ਰਿਹਾ। ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਪ੍ਰੋਟੈਕਟ ਸਾਨੂੰ ਕੀਤਾ ਗਿਆ ਹਸਪੀਟਲ ਵੱਲੋਂ, ਕਿ ਕਿਉਂਕਿ ਇਹ ਬਿਮਾਰੀ ਹੋ ਸਕਦੀ ਹੈ, ਡਰ ਜ਼ਰੂਰ ਰਹਿੰਦਾ ਆ, ਪਰ ਉਹ ਡਰ ਤੋਂ ਬਚਣਾ ਵੀ ਜ਼ਰੂਰੀ ਆ। ਸਰ ਕਿੰਨਾ ਟਾਈਮ ਹੋ ਗਿਆ ਤੁਹਾਡੀ ਰਿਪੋਰਟ ਪੋਜ਼ਿਟਿਵ ਆਈ ਨੂੰ? ਸਰ 4 ਤੋਂ 5 ਦਿਨ ਹੋ ਗਏ ਨੇ ਰਿਪੋਰਟ ਪੋਜ਼ਿਟਿਵ ਆਈ ਨੂੰ ਜੀ, ਤੇ ਰੈਪਿਡ ਕਰਵਾਇਆ ਸੀ ਟੈਸਟ, ਉਹ 'ਚ ਪੋਜ਼ਿਟਿਵ ਰਿਪੋਰਟ ਆਈ ਜੀ, ਤੇ ਪ੍ਰੀਲਿਮਿਨਰੀ ਟ੍ਰੀਟਮੈਂਟ ਵਾਸਤੇ ਗ੍ਰੇਸ਼ਨ ਹਸਪੀਟਲ 'ਚ ਐਡਮਿਟ ਹੋ ਗਏ ਸਰ। ਅੱਛਾ, ਕਿਸ ਤਰੀਕੇ ਦੇ ਨਾਲ ਪਤਾ ਲੱਗਿਆ ਸੀ, ਕੀ ਸਿੰਪਟਮਸ ਆਏ ਸੀ ਕਿ ਤੁਹਾਨੂੰ? ਸਰ ਥੋੜਾ ਜਿਹਾ ਹਲਕਾ ਜਿਹਾ ਗਲਾ ਖਰਾਬ ਹੋਇਆ, ਸਮੈਲ ਤੇ ਟੇਸਟ ਚਲਾ ਗਿਆ। ਫਿਰ ਜਿਵੇਂ ਗਵਰਨਮੈਂਟ ਜਾਗਰੂਕ ਕਰ ਰਹੀ ਹੈ ਵੀ ਇਹਨਾਂ 'ਚ ਕੋਈ ਸਿੰਪਟਮ ਆਵੇ ਤਾਂ ਡਾਕਟਰ ਨੂੰ ਦਿਖਾਓ, ਤੇ ਹਸਪੀਟਲ ਆ ਕੇ ਟੈਸਟ ਕਰਾਇਆ ਤਾਂ ਪਤਾ ਲੱਗਿਆ ਕਿ ਪੋਜ਼ਿਟਿਵ ਹੈ, ਤੇ ਉਸ ਤੋਂ ਬਾਅਦ ਐਡਮਿਸ਼ਨ ਲਈ। RT-PCR ਕਰਾਇਆ ਜੀ? ਸਰ ਰੈਪਿਡ ਤੋਂ ਹੀ ਪਤਾ ਲੱਗ ਗਿਆ ਸੀ। ਰੈਪਿਡ ਤੋਂ ਪਤਾ ਲੱਗ ਗਿਆ? ਹਾਂਜੀ, ਰੈਪਿਡ ਤੋਂ ਹੀ ਪਤਾ। ਅੱਛਾ, ਉਸ ਤੋਂ ਬਾਅਦ ਕੋਈ ਲੰਗਸ ਦੇ ਵਿੱਚ ਪ੍ਰੋਬਲਮ ਆਈ ਹੋਵੇ ਜਾਂ ਕੁਝ ਜ਼ਿਆਦਾ ਆਕਸੀਜਨ ਨੂੰ ਲੈ ਕੇ ਕੋਈ ਦਿੱਕਤ ਆਈ ਜਾਂ ਟੈਂਪਰੇਚਰ ਨੂੰ?
ਨਹੀਂ, ਇਹ ਫਸਟ ਫੇਜ਼ ਸੀਗਾ, ਇਨੀਸ਼ੀਅਲੀ ਸਟਾਰਟ ਹੋ ਗਿਆ ਟ੍ਰੀਟਮੈਂਟ, ਇਸ ਕਰਕੇ ਕੋਈ ਪ੍ਰੋਬਲਮ ਨਹੀਂ ਆਈ। ਆਕਸੀਜਨ ਦੀ ਜ਼ਰੂਰਤ ਵੀ ਨਹੀਂ ਪਈ ਹੈਗੀ। ਸੀਟੀ ਚੈਸਟ ਕਰਾਈ, ਉਹਦੇ ਵਿੱਚ ਲੰਗਸ ਇਨਵੋਲਵਮੈਂਟ ਬਿਲਕੁਲ ਮਾਈਨਰ ਜਿਹਾ ਦਿਖਿਆ, ਤੇ ਡਾਕਟਰ ਵੀ ਇਹ ਕਹਿ ਰਹੇ ਟਾਈਮਲੀ ਟ੍ਰੀਟਮੈਂਟ ਹੋਣ ਕਰਕੇ, ਦਵਾਈਆਂ ਸਟਾਰਟ ਹੋਣ ਕਰਕੇ ਕੋਈ ਪ੍ਰੋਬਲਮ ਨਹੀਂ ਹੈ, ਠੀਕ ਹੋ ਯਾਨੀ ਕਿ ਅਸੀਂ ਇਹ ਕਹਿ ਦਈਏ ਵੀ ਅਸੀਂ ਸਟਾਰਟਿੰਗ ਦੇ ਵਿੱਚ ਆ ਨਾ, ਪਹਿਲੇ ਗੇਟ ਦੇ ਵਿੱਚ ਆ, ਤਾਂ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਚਾ ਸਕਦੇ ਹਾਂ, ਕਿਉਂਕਿ ਜਦੋਂ L2 ਜਾਂ L3 ਤੱਕ ਦੀ ਗੱਲ ਜਾਂਦੀ ਹੈ ਤਾਂ ਉਹ ਥੋੜ੍ਹਾ ਵੱਡਾ ਹੋ ਜਾਂਦਾ ਹੈ। ਸੋ ਲੋਕਾਂ ਦਾ ਅਵੇਸਲਾਪਨ ਆ ਜਾਂ ਲੋਕਾਂ ਵਿੱਚ ਜੋ ਡਰ ਹੈ, ਉਹ ਡਰ ਕਾਫੀ ਖਤਰਨਾਕ ਸਾਬਿਤ ਹੋ ਰਿਹਾ, ਕਿਉਂਕਿ ਆਕਸੀਜਨ ਦੀ ਲੋੜ ਪੈ ਰਹੀ ਹੈ, ਮੌਤਾਂ ਉਹਦੇ ਕਰਕੇ ਹੋ ਰਹੀਆਂ। ਸੋ ਜਦੋਂ ਤੁਹਾਨੂੰ ਪੋਜ਼ਿਟਿਵ ਤੁਸੀਂ ਰਿਪੋਰਟ ਆਉਂਦੀ ਆ, ਡਰ ਲੱਗਿਆ ਕਿਸੇ ਚੀਜ਼ ਦਾ, ਕੋਈ ਤਣਾਅ ਜਿਹਾ ਬਣਿਆ? ਸਰ ਦੇਖੋ, ਇੱਕ ਵਾਰ ਤਾਂ ਬੰਦਾ ਸੋਚਦਾ ਹੈ ਕਿ ਇਹ ਕੀ ਹੈ, ਕਿਉਂਕਿ ਫੈਮਿਲੀ ਤੋਂ ਦੂਰ ਹੋਣਾ ਜਾਂ ਕਿਸੇ ਤਰ੍ਹਾਂ ਹੋਣਾ, ਬਟ ਯੈਸ, ਡਰਨ ਦੀ ਕੋਈ ਗੱਲ ਨਹੀਂ। ਜੇ ਤੁਸੀਂ ਪ੍ਰੋਪਰ ਆਪਣਾ ਡਾਈਟ ਅਤੇ ਮੈਡੀਕੇਸ਼ਨ ਕਰਦੇ ਹੋ ਤਾਂ ਆਪਣੀ ਕੰਟਰੀ ਦੀ ਰਿਕਵਰੀ ਰੇਟ ਸਭ ਤੋਂ ਜ਼ਿਆਦਾ ਹੈ, ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈ। ਵਿਲ ਬੀ ਫਾਈਨ ਐਵਰੀਥਿੰਗ। ਮੈਡੀਕੇਸ਼ਨ ਰਿਕੁਆਇਰਡ ਹੈ ਸਰ, ਉਹ ਮੈਡੀਕੇਸ਼ਨ ਟਾਈਮਲੀ ਚੱਲ ਰਹੀ ਹੈ, ਹੈਲਦੀ ਡਾਈਟ ਦੇ ਰਿਹਾ ਹਸਪੀਟਲ, ਠੀਕ ਹੋ ਰਿਹਾ ਸਰ। ਜੇ ਤੁਹਾਨੂੰ ਕੋਈ ਹੁਣ ਵੈਸੇ ਤਾਂ ਕੋਈ ਦਿੱਕਤ ਵੱਧ ਰਹੀ ਜਦੋਂ ਦੇ ਤੁਸੀਂ ਐਡਮਿਟ ਹੋਏ ਹੋ, ਉਸ ਤੋਂ ਬਾਅਦ ਕੋਈ ਦਿੱਕਤ ਤਾਂ ਨਹੀਂ ਵਧੀ ਇਸ ਨਾਲ? ਨਹੀਂ ਸਰ, ਕੋਈ ਦਿੱਕਤ ਨਹੀਂ ਵਧੀ। ਈਵਨ ਜਿਹੜੀ ਪ੍ਰੋਬਲਮ ਸੀਗੀਆਂ, ਸੋਰ ਥਰੋਟ ਦੀ ਪ੍ਰੋਬਲਮ ਜਾਂ ਸਮੈਲ ਦੀ ਤੇ ਟੇਸਟ ਦੀ ਪ੍ਰੋਬਲਮ ਸੀ, ਉਹ ਵੀ ਬੈਟਰ ਹੋ ਰਹੀਆਂ ਨੇ ਹੁਣ ਜੀ। ਸੋ ਇਹ ਹੌਸਲਾ ਚਾਹੀਦਾ ਆ, ਇਸੇ ਤਰੀਕੇ ਦੇ ਨਾਲ ਅਸੀਂ ਇਸ ਬਿਮਾਰੀ ਤੋਂ ਨਿਕਲ ਸਕਦੇ ਹਾਂ। ਅਜੇ ਹੋਰ ਮਰੀਜ਼ਾਂ ਨਾਲ ਗੱਲਬਾਤ ਕਰਦੇ ਹਾਂ, ਤੇ ਖਾਸ ਤੌਰ ਤੇ ਇੱਥੋਂ ਦੇ ਜੋ ਹੀਰੋ ਨੇ, ਵਾਰੀਅਰਸ ਨੇ, ਜਾਂ ਜੋ ਲੋਕਾਂ ਦੀ ਜਾਨ ਬਚਾ ਰਹੇ ਨੇ, ਸੁਪਰ ਹੀਰੋਜ਼, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕਿਸ ਤਰੀਕੇ ਦੇ ਨਾਲ ਅਸੀਂ ਆਪਣੇ ਆਪ ਨੂੰ ਬਚਾ ਸਕਦੇ ਹਾਂ, ਕਿਸ ਤਰੀਕੇ ਦੇ ਨਾਲ ਅਸੀਂ ਇਸ ਬਿਮਾਰੀ ਨਾਲ ਲੜ ਸਕਦੇ ਹਾਂ। ਸੋ ਮਰੀਜ਼ਾਂ ਦੇ ਨਾਲ ਗੱਲ ਕਰ ਲਈ ਆ, ਲੇਕਿਨ ਜੋ ਲਗਾਤਾਰ ਇਹਨਾਂ ਨੂੰ ਸਮਰਪਿਤ ਨੇ, ਜੋ ਲਗਾਤਾਰ ਆਪਣਾ ਘਰ-ਬਾਰ ਛੱਡ ਕੇ ਮਹੀਨਿਆਂ ਤੋਂ ਇੱਥੇ ਰਹਿ ਰਹੇ ਨੇ ਤੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਨੇ, ਅਸਲ ਦੇ ਵਿੱਚ ਜੋ ਹੀਰੋ ਨੇ ਇਸ ਵਕਤ, ਇਸ ਭਿਆਨਕ ਦੌਰਾਨ ਜੋ ਹੀਰੋ ਬਣੇ ਨੇ, ਮੇਰੇ ਨਾਲ ਡਾਕਟਰ ਅਮਨ ਨੇ। ਅਮਨ, ਇਸ ਵਕਤ ਜੇਕਰ ਗੱਲ ਕੀਤੀ ਜਾਵੇ ਤਾਂ ਕਿੰਨੇ ਕੁ ਮਰੀਜ਼ ਹॉस्पिटल ਦੇ ਅੰਦਰ ਨੇ? सर अराउंड 100 पेशेंट है जो हमारे हॉस्पिटल में है, लेकिन जो मेरे अंडर आते हैं 28 पेशेंट है जी। और 28 ਤੁਸੀਂ ਇਕੱਲੇ ਦੇਖਭਾਲ ਕਰ ਰਹੇ ਹੋ? यस, एक और सिस्टर है मेरे पास, हम दोनों देख रहे हैं इन पेशेंटों को ना। ਕਿ ਸਭ ਤੋਂ ਵੱਡੀ ਸਮੱਸਿਆ, ਕਿਉਂਕਿ ਮੈਨੂੰ ਪਤਾ ਲੱਗਿਆ ਤੁਸੀਂ ਮਹੀਨਿਆਂ ਤੋਂ ਘਰ ਨਹੀਂ ਗਏ ਹੋਏ, ਤਕਰੀਬਨ 1 ਮਹੀਨੇ ਤੋਂ ਉੱਪਰ ਤੁਸੀਂ ਇੱਥੇ ਰਹਿ ਰਹੇ ਹੋ, ਤੇ ਕਿਸ ਤਰੀਕੇ ਨਾਲ ਮੈਨੇਜ ਕਰਦੇ ਹੋ, ਕਿਉਂਕਿ ਪਰਿਵਾਰ ਵੀ ਜ਼ਰੂਰੀ ਹੋ ਜਾਂਦਾ ਆ। यस सर, है वो तो है, फैमिली तो ज़रूरी होती है हर एक के लिए, लेकिन हम लोगों को तो 2-3 मंथ हो गया, हम लोग बिल्कुल घर नहीं गए, बहुत मिस करते हैं अपनी फैमिली को, लेकिन क्या करें, पेशेंटों को भी देखना पड़ता है ना, तो फिर। ਅੱਛਾ, 2-3 ਮਹੀਨਿਆਂ ਤੋਂ ਇੱਥੇ ਹੀ ਹੋ? यस सर, 2-3 मंथ हो गए, घर नहीं गए हम लोग। ਫਿਰ ਗੱਲਬਾਤ ਸਿਰਫ ਫੋਨ ਤੇ ਹੁੰਦੀ ਆ, ਉਹ ਵੀਡੀਓ ਕਾਲ ਰਹੀ? यस सर, वो भी मतलब 4 o'clock हमारी ड्यूटी ऑफ होती है, उसके बाद हम लोग थोड़े रिलैक्स होते हैं, फिर थोड़ी बहुत 10-15 मिनट के लिए बात होती है हमारी घर वालों से ना, मतलब वीडियो कॉल या फिर चैट थ्रू ही होती है। ਘਰ ਦੇ ਤਾਂ ਫਿਰ ਬਹੁਤ ਜ਼ਿਆਦਾ ਟੈਨਸ਼ਨ ਲੈਂਦੇ ਹੋਣੇ, ਤੁਸੀਂ ਲਗਾਤਾਰ ਉਸ ਬਿਮਾਰੀ ਨਾਲ ਜੂਝ ਰਹੇ ਹੋ ਜਿਹਦਾ ਪੱਕਾ ਹੀ ਨਹੀਂ ਪਤਾ ਉਹ ਆਉਂਦੀ ਕਿਵੇਂ ਆ ਤੇ ਉਹਦਾ ਠੀਕ ਹੋਣ ਦਾ ਕਾਰਨ ਜਾਂ ਠੀਕ ਹੁੰਦੀ ਕਿਵੇਂ ਆ। ਨਹੀਂ ਸਰ, ਇਹ ਨਹੀਂ ਕਹਿ ਸਕਦੇ ਵੀ ਇਹ ਮਤਲਬ ਠੀਕ ਨਹੀਂ ਹੁੰਦੇ, ਪੇਸ਼ੈਂਟ ਠੀਕ ਹੋ ਕੇ ਜਾਂਦੇ ਨੇ। ਹਾਂ, ਫੈਮਿਲੀ ਦੇ ਰਿਗਾਰਡਿੰਗ ਗੱਲ ਕਰੀਏ ਤਾਂ ਫੈਮਿਲੀ ਦਾ ਟੈਨਸ਼ਨ ਓਬਵੀਅਸਲੀ ਲੈਂਦੀ ਹੈ ਹਰ ਇੱਕ ਦੀ। ਉਹਨਾਂ ਨੂੰ ਇਹ ਲੱਗਦਾ ਕਿ ਸਾਡੇ ਬੱਚੇ ਦੇਖ ਰਹੇ ਨੇ, ਕਿਤੇ ਉਹ ਨਾ ਕੋਵਿਡ ਪੋਜ਼ਿਟਿਵ ਆ ਜਾਣ, ਬਟ ਇੱਕ ਪੋਜ਼ਿਟਿਵ ਵੇ ਨਾਲ ਨਾ ਆਪਣੀ ਫੈਮਿਲੀ ਦੀ ਕਾਉਂਸਲਿੰਗ ਕਰਦੇ ਕਿ ਨਹੀਂ ਮੰਮਾ, ਜੇ ਸਾਨੂੰ ਇਹ ਪ੍ਰੋਬਲਮ ਤੁਹਾਨੂੰ ਆਉਂਦੀ ਤਾਂ ਤੁਹਾਨੂੰ ਕੌਣ ਦੇਖੇਗਾ, ਉੱਦਾਂ ਹੀ ਉਹ ਵੀ ਕਿਸੇ ਦੀ ਫੈਮਿਲੀ ਹੈ, ਠੀਕ ਹੈ, ਇਸ ਤਰ੍ਹਾਂ। ਬਿਲਕੁਲ, ਇਹ ਵੀ ਕਿਸੇ ਦੀ ਫੈਮਿਲੀ ਆ ਤੇ ਸਾਡੀ ਜ਼ਿੰਮੇਵਾਰੀ ਆ, ਅਸੀਂ ਪਿੱਠ ਨਹੀਂ ਦਿਖਾਉਣੀ ਹੈ ਜ਼ਿੰਮੇਵਾਰੀ। ਯੈਸ ਸਰ, ਯੈਸ। ਅੱਛਾ, ਕਿਸ ਤਰੀਕੇ ਨਾਲ ਦੇਖਭਾਲ ਹੋ ਰਹੀ? ਜ਼ਿਆਦਾ ਮੈਂ ਅਮਨ ਪੁੱਛਣਾ ਚਾਹਾਂਗਾ, ਸਿੰਪਟਮਸ ਕਿਹੜੇ ਆ ਰਹੇ ਨੇ? ਕਿਉਂਕਿ ਬਹੁਤ ਸਾਰੇ ਕੇਸਿਸ ਇਹ ਦੇਖਣ ਨੂੰ ਮਿਲ ਰਹੇ ਨੇ ਕਿ ਉਹਨਾਂ ਨੂੰ ਸਿੰਪਟਮਸ ਵੀ ਨਹੀਂ ਆ ਰਹੇ, ਲੇਕਿਨ ਜੇ ਜ਼ਿਆਦਾ ਆ ਰਹੇ ਨੇ ਤਾਂ ਜ਼ਿਆਦਾ ਕਿਹੜੇ ਵਾਲੇ ਨੇ? सर मोस्टली जो अभी सिम्टम आ रहे हैं वो कफ है, ड्राई कफ आ रही है, पेशेंट को फीवर हो रहा है और बॉडी एक होती है सर पेशेंट को, और ब्रीदिंग डिफ़िकल्टी की बहुत ज़्यादा प्रॉब्लम हो रही है पेशेंट को ना। ब्रीदिंग की फीवर वगैरह हो रहे हैं। कई पेशेंटों को तो फीवर भी नहीं होता, लेकिन कफ, ड्राई कफ और वो है, बॉडी एक होती है ना जो मतलब बॉडी की बहुत प्रॉब्लम आ रही है पेशेंटों को ना। रिकवरी रेट की है? रिकवरी रेट मतलब मैं कितने दिनों तक मरीज इत्थों चला जाता है ज़्यादातर? वैसे सर 12 डेज तो लग ही जाते हैं पेशेंट की रिकवरी में ना जी। 12 ਦਿਨਾਂ ਬਾਅਦ ਮਰੀਜ਼ ਆਪਣੇ ਘਰ ਚਲਾ ਜਾਂਦਾ? हाँ जी सर, 12 ਦਿਨਾਂ ਬਾਅਦ ਅਸੀਂ ਕੋਵਿਡ ਜੋ ਹੈ ਨਾ ਰਿਪੋਰਟ ਅਸੀਂ ਦੁਬਾਰਾ ਤੋਂ RT-PCR ਦੁਬਾਰਾ ਤੋਂ ਰਿਪੀਟ ਕਰਵਾਉਂਦੇ। ਕਾਫੀ ਪੇਸ਼ੈਂਟ ਨੈਗੇਟਿਵ ਹੀ ਆਉਂਦੇ ਨੇ ਸਰ। ਸੋ ਸਲਾਮ ਅਮਨ ਤੁਹਾਨੂੰ, ਤੁਹਾਡੇ ਵਰਗੇ ਸਾਰੇ ਜਿੰਨੇ ਵੀ ਇੱਥੇ ਸੇਵਾ ਨਿਭਾ ਰਹੇ ਨੇ, ਕਿਉਂਕਿ ਇਹ ਦੌਰ ਬੜਾ ਭਿਆਨਕ ਆ। ਇਸ ਦੌਰ ਦੇ ਵਿੱਚ ਤੁਸੀਂ ਮਰੀਜ਼ਾਂ ਨੂੰ ਹੌਸਲਾ ਕਿਵੇਂ ਦਿੰਦੇ ਹੋ? ਹਾਲਾਂਕਿ ਮੈਂ ਵੇਖਿਆ ਕਾਫੀ ਬਜ਼ੁਰਗ ਮਰੀਜ਼ ਨੇ, ਨੌਜਵਾਨ ਤਾਂ ਚਲੋ ਆਪਣੇ ਆਪ ਨੂੰ ਸੰਭਾਲ ਲੈਂਦਾ,
ਬਜ਼ੁਰਗ ਨੂੰ ਹੌਸਲਾ ਕਿਵੇਂ ਦਿੰਦੇ ਹੋ ਫਿਰ? ਸਰ ਕੁਛ ਨਹੀਂ, ਬਸ ਮਤਲਬ ਉਹਨਾਂ ਨੂੰ ਇੱਕ ਆਪਣੀ ਫੈਮਿਲੀ ਦੀ ਤਰ੍ਹਾਂ ਟਰੀਟ ਕਰਦੇ, ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਪੇਸ਼ੈਂਟਾਂ ਨੂੰ ਕਿ ਅਸੀਂ ਹਸਪੀਟਲ ਦੇ ਵਿੱਚ ਆ। ਇੱਕ ਫੈਮਿਲੀ ਵਾਲਾ ਇਨਵਾਇਰਨਮੈਂਟ ਬਣਾ ਕੇ ਰੱਖਿਆ ਹੈ, ਕਿਉਂਕਿ ਇੱਕ ਤਾਂ ਉਹਨਾਂ ਨੂੰ ਖੁਦ ਨੂੰ ਡਰੇ ਹੋਏ ਨੇ ਕਿ ਅਸੀਂ ਕੋਵਿਡ ਪੋਜ਼ਿਟਿਵ ਹੈ। ਵੈਸੇ ਕੋਈ ਇਹਦੇ ਵਿੱਚ ਡਰਨ ਵਾਲੀ ਗੱਲ ਨਹੀਂ ਹੈ, ਪ੍ਰੀਕਾਸ਼ਨ ਯੂਜ਼ ਕਰਨੀਆਂ ਹੁੰਦੀਆਂ ਨੇ, ਬਟ ਇੱਕ ਫੈਮਿਲੀ ਦੀ ਤਰ੍ਹਾਂ ਟਰੀਟ ਕਰਦੇ ਆ, ਫਿਰ ਪੇਸ਼ੈਂਟ ਨੂੰ ਵੀ ਪ੍ਰੋਬਲਮ ਨਹੀਂ ਆਉਂਦੀ ਇੱਦਾਂ। ਪੇਸ਼ੈਂਟ ਨੂੰ ਨਹੀਂ ਆਉਂਦੀ। ਇੱਕ ਸੁਨੇਹਾ ਤੁਹਾਡੇ ਵੱਲੋਂ, ਕਿਉਂਕਿ ਤੁਸੀਂ ਹੀਰੋ ਹੋ ਇਸ ਟਾਈਮ, ਤੁਸੀਂ ਯੋਧੇ ਹੋ, ਅੱਗੇ ਹੋ ਕੇ ਲੜ ਰਹੇ ਹੋ ਕਿਤੇ ਨਾ ਕਿਤੇ, ਪਰ ਕੁਝ ਲੋਕ ਉਂਗਲਾਂ ਠਾਉਂਦੇ ਨੇ, ਉਂਗਲਾਂ ਚੱਕਦੇ ਨੇ। ਚਲੋ ਕਹਿੰਦੇ ਆ 5 ਉਂਗਲਾਂ ਇੱਕੋ ਬਰਾਬਰ ਨਹੀਂ ਹੁੰਦੀਆਂ, ਸਾਰੇ ਤੁਹਾਡੇ ਵਰਗੇ ਵੀ ਨਹੀਂ ਹੁੰਦੇ। ਸੋ ਕੀ ਸੁਨੇਹਾ ਆ ਜਿਹੜੇ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਨੇ? मेरे अकॉर्डिंग तो सर अगर डॉक्टर है और नर्सिंग स्टाफ है, हम लोगों ने डिग्री ही इसलिए ली होती है कि पेशेंटों की केयर करें। अगर हम लोग ही पीछे हट गए तो फिर उसका कोई फ़ायदा नहीं है, मतलब उस चीज़ का कोई फ़ायदा नहीं है कि हम लोग पेशेंट की केयर ही नहीं करेंगे। केयर के लिए तो हम लोगों ने ये डिग्री ली हुई है ना। तो मेरा तो यही मैसेज है, जो भी स्टाफ है या डॉक्टर है जो अपने घर पर है ना, प्लीज़ ज्वाइन करो हॉस्पिटल और पेशेंटों की केयर करो। यही एक टाइम है जो एकजुट होने का है। ਸੋ ਇਹ ਹੌਸਲਾ ਜ਼ਰੂਰੀ ਹੈ, ਹਰ ਦੇ ਵਿੱਚ ਹੌਸਲਾ ਹੋਣਾ ਚਾਹੀਦਾ, ਸਿਰਫ ਡਾਕਟਰ ਨਰਸ ਦੇ ਵਿੱਚ ਹੀ ਨਹੀਂ, ਸਗੋਂ ਕਿ ਅੱਜ ਕੱਲ੍ਹ ਸਾਨੂੰ ਲੋੜ ਹੈ ਕਿ ਅਸੀਂ ਆਪਣਾ ਬਤੌਰ ਇਨਸਾਨ ਅਸੀਂ ਇਨਸਾਨੀਅਤ ਦਾ ਫਰਜ਼ ਨਿਭਾਈਏ ਅਤੇ ਇਸ ਬਿਮਾਰੀ ਦੌਰਾਨ ਇੱਕ ਦੂਸਰੇ ਦੀ ਸਹਾਇਤਾ ਕਰੀਏ, ਤਾਂ ਜੋ ਬਹੁਤ ਜਲਦੀ ਸਾਡਾ ਦੇਸ਼, ਪੂਰੀ ਦੁਨੀਆ ਇਸ ਬਿਮਾਰੀ ਤੋਂ ਨਿਜਾਤ ਮਿਲੇ ਅਤੇ ਇਸ ਤੋਂ ਮੁਕਤ ਹੋ ਕੇ ਦੁਬਾਰਾ ਖੁਸ਼ਹਾਲੀ ਦੇ ਰਾਹ ਪਈਏ। ਮੈਂ ਸਰਖਾਬ ਆਪਣੇ ਸਹਿਯੋਗੀ ਤਲਵੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ ਮੋਹਾਲੀ।